डंडौत बंदन अनेक बार, सर्ब कला समरथ। डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को, मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु अमरदास सच्चे पातशाह जी दा पावन पवित्र इतिहास साहब जी श्रवण कर रहे सी। इतिहास ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਇੱਕ ਦੋਖੀ ਤਪੇ ਦਾ, ਜਿਹੜਾ ਕਿ ਗੋਇੰਦਵਾਲ ਦੇ ਵਿੱਚ ਰਹਿੰਦਾ ਹੈ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਪਹਿਲਾਂ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬੁਲਾਉਣ ਦੇ ਉੱਤੇ ਤਪਾ ਨਾ ਆਇਆ, ਪਰ ਜਦੋਂ ਸੋਨੇ ਦੀ ਮੋਹਰ ਦੇਣ ਦੀ ਗੱਲ ਆਈ ਤੇ ਫਿਰ ਉਸਨੇ ਆਪਣੇ ਲੜਕੇ ਨੂੰ ਕੰਧ ਦੇ ਉੱਤੇ ਚੜਾ ਕੇ ਅੰਦਰ ਉਤਾਰ ਦਿੱਤਾ। ਉਤਾਰਨ ਦੀ ਜਗ੍ਹਾ ਦੇ ਉੱਤੇ ਲੜਕਾ ਡਿੱਗ ਪਿਆ। ग्रंथाकार भाई संतोख सिंह जी दस रहे सन कि इस सारी घटना नूं सतगुरु रामदास सच्चे पातशाह जी ने अपनी कलम दे नाल बयान कीता है। सतगुरु सच्चे पातशाह जी ने इस शब्द दे विच सतगुरु अमरदास सच्चे पातशाह जी दा प्रताप दिखाया है, और दूसरे पासे जिहड़े निंदक ने ते जिहड़े दोखी ने उन्हां दी बहुत ज़्यादा चर्चा कीती। इतिहास ਇੱਥੋਂ ਤੱਕ ਪਹੁੰਚਿਆ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੇ ਨਾਲ ਮੈਂ ਅੱਜ ਦੀ ਕਥਾ ਨੂੰ ਸ਼ੁਰੂ ਕਰਦਾ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਮ ਜਾਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਤਪੀ ਲੋਕ ਹੁੰਦੇ ਨੇ, ਭਾਵ ਕਿ ਜਿਹੜਾ ਤਪਾ ਮਨੁੱਖ ਹੁੰਦਾ ਹੈ ਉਹ ਅੰਦਰੋਂ ਲੋਭੀ ਨਹੀਂ ਹੁੰਦਾ। ਭਾਵ ਕਿ ਜਿਹੜਾ ਤਪਸਵੀ ਹੈ ਨਾ, ਉਹ ਲੋਭੀ ਨਹੀਂ ਹੋ ਸਕਦਾ। ਨਿਤ ਮਾਇਆ ਨੂੰ ਫਿਰੇ ਜਮਜਾਲਿਆ, ਪਰ ਦਰਅਸਲ ਇਹ ਜਿਹੜਾ ਤਪਾ ਹੈ, ਇਹ ਦਰਅਸਲ ਅਸਲ ਦੇ ਵਿੱਚ ਤਪਸਵੀ ਨਹੀਂ ਹੈ, ਅਸਲ ਦੇ ਵਿੱਚ ਤਪਾ ਨਹੀਂ ਹੈ, ਕਿਉਂਕਿ ਤ੍ਰਿਸ਼ਨਾ ਤੇ ਜਿਹੜੀ ਮਾਇਆ ਹੈ ਉਸਨੇ ਇਹਨੂੰ ਦਬਾਇਆ ਹੋਇਆ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਮ ਜਾਲਿਆ। ਅੱਗੋਂ ਦੇ ਸੱਦਿਆ ਸੱਤਾ ਕੀ ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸੱਦਿਆ, ਪਰ ਆਣ ਕੇ ਉਸਨੇ ਮਾਨੋ ਕਿ ਸੱਤ ਦੀ ਭਿਖਿਆ ਨੂੰ ਗ੍ਰਹਿਣ ਨਹੀਂ ਕੀਤਾ, ਨਾ ਆਇਆ ਸਤਿਗੁਰਾਂ ਦੇ ਬੁਲਾਉਣ ਦੇ ਉੱਤੇ, ਪਰ ਫਿਰ ਪਿੱਛੋਂ ਦੇ ਪਛਤਾਏ ਕੇ ਫਿਰ ਪਛਤਾਇਆ ਤੇ ਫਿਰ ਪਛਤਾ ਕੇ ਉਸਨੇ ਆਪਣੇ ਪੁੱਤਰ ਨੂੰ ਉਸ ਪੰਗਤ ਦੇ ਵਿੱਚ ਬਿਠਾ ਦਿੱਤਾ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਜਦੋਂ ਪੁੱਤਰ ਵਿੱਚ ਆਣ ਕੇ ਬਹਿ ਗਿਆ ਤਪੇ ਦਾ, ਤੇ ਜਿਹੜੇ ਸ੍ਰੇਸ਼ਟ ਪੁਰਸ਼ ਸਨ ਉਹ ਸਾਰੇ ਦੇ ਸਾਰੇ ਹੱਸਣ ਲੱਗੇ ਤੇ ਕਹਿੰਦੇ ਨੇ ਕਿ ਤਪਾ ਜਿਹੜਾ ਹੈ ਨਾ, ਉਹ ਲੋਭ ਦੀ ਲਹਿਰ ਨੇ ਗਾਲ ਦਿੱਤਾ। ਜਿੱਥੇ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੇ ਨਾਹੀ, ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਜਦੋਂ ਤੱਕ ਥੋੜੇ ਧਨ ਦੀ ਗੱਲ ਆਉਂਦੀ ਰਹੀ, ਉਹਨਾਂ ਚਿਰ ਤਪੇ ਨੇ ਆਪਣੇ ਮਨ ਦੇ ਵਿੱਚ ਵਿਚਾਰ ਨਹੀਂ ਬਣਾਇਆ ਕਿ ਜਾਵਾਂਗਾ। ਜਿੱਥੇ
ਬਹੁਤੇ ਧਨ ਦੀ ਗੱਲ ਆਈ, ਸੋਨੇ ਦੀ ਇੱਕ ਮੋਹਰ ਦੀ ਗੱਲ ਆਈ, ਉਸ ਵੇਲੇ ਮੰਨੋ ਕਿ ਧਰਮ ਆਪਣਾ ਹਾਰ ਦਿੱਤਾ, ਧਨ ਦੇ ਲਾਲਚ ਦੇ ਵਿੱਚ ਤਪਾ ਆ ਗਿਆ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਜਿਹੜੇ ਸਾਧ ਜਨ ਸਨ ਉਹਨਾਂ ਨੇ ਫਿਰ ਇਸ ਗੱਲ ਦੀ ਵਿਚਾਰ ਕੀਤੀ ਕਿ ਇਹ ਤਪਾ ਅਸਲੀ ਤਪਾ ਨਹੀਂ ਹੈ, ਇਹ ਤੇ ਮੰਨੋ ਕਿ ਬਗਲਿਆਂ ਵਰਗਾ ਹੈ। ਬਗਲਾ ਬਹੁਤ ਸੋਹਣੀ ਸਮਾਧੀ ਲਾਉਂਦਾ, ਪਰ ਉਸ ਦੀ ਸਮਾਧੀ ਸਿਰਫ ਡੱਡੀਆਂ ਮੱਛੀਆਂ ਨੂੰ ਖਾਣ ਦੇ ਵਾਸਤੇ ਹੁੰਦੀ ਹੈ। ਉਹਨੂੰ ਕਹਿੰਦੇ ਨੇ ਬਗਲ ਸਮਾਧਨ, ਬਗਲ ਸਮਾਧੀ। ਕਹਿੰਦੇ ਨੇ ਕਿ ਤਪਾ ਅਸਲੀ ਤਪਾ ਨਹੀਂ ਹੈ, ਇਹਦੀ ਸਮਾਧੀ ਬਗਲੇ ਵਰਗੀ ਝੂਠੀ ਹੈ। ਸਾਧ ਜਨਾਂ ਨੇ ਇਸ ਗੱਲ ਦੀ ਵਿਚਾਰ ਕੀਤੀ। ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ, ਏਤ ਦੋਖੀ ਤਪਾ ਦਈ ਮਾਰਿਆ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਹੜੇ ਸਤ ਪੁਰਸ਼ ਨੇ ਉਹਨਾਂ ਦੀ ਤੇ ਤਪਾ ਨਿੰਦਿਆ ਕਰਦਾ, ਤੇ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੀ ਉਸਤਤੀ ਕਰਦਾ। ਇਸ ਦੋਸ਼ ਦੇ ਵਿੱਚ ਮਾਨੋ ਕਿ ਦਈ ਨੇ, ਪਰਮੇਸ਼ਰ ਨੇ ਇਸ ਨੂੰ ਮਾਰਿਆ। ਮਹਾਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਮਹਾਪੁਰਸ਼ਾਂ ਦੀ ਨਿੰਦਿਆ ਕਰਨ ਦਾ ਵੇਖੋ ਤਪੇ ਨੂੰ ਇਹ ਮਾੜਾ ਫਲ ਲੱਗਿਆ ਹੈ ਕਿ ਜੋ ਵੀ ਉਸਨੇ ਮਾੜਾ ਮੋਟਾ ਤਪ ਘਾਲਿਆ ਸੀ ਉਹ ਵੀ ਸਾਰੇ ਦਾ ਸਾਰਾ ਬੇਕਾਰ ਚਲਾ ਗਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਬਾਹਰ ਚੰਗਿਆਂ ਮੋਹਰੀਆਂ ਬੰਦਿਆਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਾ ਕਹਾਉਂਦਾ ਹੈ, ਪਰ ਅੰਦਰ ਖਾਤੇ ਉਹ ਤਪਾ ਬਹੁਤ ਵੱਡੇ ਵੱਡੇ ਪਾਪ ਕਮਾਉਂਦਾ ਹੈ। ਹਰੇ ਅੰਦਰਲਾ ਪਾਪ ਪੰਚਾਂ ਨੂੰ ਉਘਾਰ ਕਰ ਵਿਖਾਲਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਕਿ ਜਿਹੜਾ ਤਪੇ ਦਾ ਅੰਦਰਲਾ ਪਾਪ ਸੀ ਨਾ, ਉਹ ਸਾਰਿਆਂ ਸ੍ਰੇਸ਼ਟ ਪੁਰਸ਼ਾਂ ਦੇ ਸਾਹਮਣੇ ਉਗੜ ਕੇ ਆ ਗਿਆ। ਸਾਰਿਆਂ ਨੇ ਵੇਖ ਲਿਆ ਕਿ ਤਪਾ ਕਿਸ ਤਰ੍ਹਾਂ ਦਾ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਈਓ, ਜਿੱਥੇ ਮਹਾ ਮਹਾ ਹਥਿਆਰਿਆਂ। ਇਸ ਤੋਂ ਇਲਾਵਾ ਗੁਰੂ ਜੀ ਕਹਿੰਦੇ ਨੇ ਕਿ ਧਰਮ ਰਾਜੇ ਨੇ ਆਪਣੇ ਜਿਹੜੇ ਜਮਦੂਤ ਨੇ ਉਹਨਾਂ ਨੂੰ ਇਹ ਆਖਿਆ ਹੈ ਕਿ ਇਸ ਤਪੇ ਨੂੰ ਉਸ ਨਰਕ ਦੇ ਵਿੱਚ ਜਾ ਕੇ ਸੁੱਟਣਾ ਹੈ ਜਿੱਥੇ ਵੱਡੇ ਵੱਡੇ ਹਥਿਆਰੇ ਤੇ ਪਾਪੀ ਸੁੱਟੇ ਜਾਂਦੇ। ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਇਸ ਤੋਂ ਇਲਾਵਾ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਇਸ ਤਪੇ ਦੇ ਮੂੰਹ ਕੋਈ ਵੀ ਨਾ ਲੱਗੇ, ਕਿਉਂਕਿ ਇਸ ਤਪੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਟਕਾਰਿਆ। ਹਰ ਕੈ ਦਰ ਵਰਤਿਆ ਸੋ ਨਾਨਕ, ਆਖ ਸੁਨਾਇਆ ਸੋ ਬੂਝੈ ਜੋ ਦਈ ਸਵਾਰਿਆ। ਅਖੀਰਲੀ ਸਤਰ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੋ ਵਰਤਿਆ ਹੈ ਉਹ ਮੈਂ ਆਖ ਕੇ ਸੁਣਾਇਆ ਹੈ, ਸੋ ਬੂਝੈ ਜੋ ਦਈ ਸਵਾਰਿਆ। ਇਸ ਗੱਲ ਨੂੰ ਉਹੀ ਬੁੱਝ ਸਕਦਾ ਹੈ, ਉਹੀ ਜਾਣ ਸਕਦਾ ਹੈ ਜਿਹਨੂੰ ਪਰਮੇਸ਼ਰ ਨੇ ਆਪ ਸਵਾਰਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਘਟਨਾ ਦਾ ਆਪਣੀ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ। ਸਤਿਗੁਰ ਦਿਆਲ ਦਇਆ ਕੇ ਰੂਪ, ਬੈਠਤ ਪੰਕਤ ਬੀਚ ਅਨੂਪ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੰਗਤ ਦੇ ਵਿੱਚ ਬੈਠੇ ਹੋਏ ਸਨ ਤੇ ਉੱਥੇ ਹੀ ਆਣ ਕੇ ਲਾਗੇ ਤਪੇ ਦਾ ਲੜਕਾ ਵੀ ਬਹਿ ਗਿਆ। ਹਟ ਕਿਉ ਨਾਹਿ ਦਿਓ ਤਿਸ ਭੋਜਨ, ਨਿੰਦਕ ਤਿਰ ਕਾਰਿਓ ਸਭ ਲੋਗਨ। ਕਵੀ ਜੀ ਕਹਿੰਦੇ ਨੇ ਤਾਂ ਵੀ ਉਸ ਨੂੰ ਬੈਠਣ ਤੋਂ ਕਿਸੇ ਨੇ ਨਹੀਂ ਮੋੜਿਆ। ਉਸ ਨੂੰ ਭੋਜਨ ਖਾਣ ਦੇ ਵਾਸਤੇ ਲੜਕੇ ਨੂੰ ਬੈਠਣ ਦੀ ਜਗ੍ਹਾ ਦਿੱਤੀ ਗਈ। ਨਿੰਦਕ ਤਿਰਕਾਰਿਓ ਸਭ ਲੋਗਨ, ਪਰ ਜਿਹੜਾ ਤਪਾ ਦੋਖੀ ਨਿੰਦਕ ਸੀ ਉਸ ਨੂੰ ਸਾਰਿਆਂ ਨੇ ਤਿਰਕਾਰਾਂ ਪਾਈਆਂ, ਫਟਕਾਰਾਂ ਪਾਈਆਂ। ਇਹ ਸਾਖੀ ਜੇ ਕੋ ਸੁਨੈ, ਪੜ੍ਹ ਕਰੇ ਬਖਿਆਨ, ਤਿਸ ਕੇ ਨਿੰਦਕ ਨਾਸ ਸਭ ਹੋਵਤ ਜਗ ਮੈਂ ਜਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਵੀ ਇਸ ਸਾਖੀ ਨੂੰ ਸੁਣੇਗਾ ਜਾਂ ਜਿਹੜਾ ਵੀ ਇਸ ਨੂੰ ਪੜ੍ਹੇਗਾ, ਇਸ ਦਾ ਵਖਿਆਨ ਕਰੇਗਾ, ਉਸ ਦੇ ਸਾਰੇ ਜਿਹੜੇ ਨਿੰਦਕ ਨੇ ਉਹ ਖਤਮ ਹੋ ਜਾਣਗੇ। ਐਸਾ ਉਸ ਨੂੰ ਮਹਾਨ ਫਲ ਪ੍ਰਾਪਤ ਹੋਵੇਗਾ।
ਸ੍ਰੀ ਸਤਿਗੁਰ ਤਾਰਨ ਤਰਨ ਦੀਨ ਬੰਦ ਗੁਣ ਖਾਨ ਜੋ ਜੋ ਆਵੈ ਸ਼ਰਨ ਕੋ ਸੋ ਸੋ ਲਹੇ ਕਲਿਆਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨਾਂ ਦੇ ਬੰਧੂ ਨੇ, ਗੁਣਾਂ ਦੀ ਖਾਣ ਨੇ, ਪਾਪੀਆਂ ਨੂੰ ਤਾਰਨ ਵਾਲੇ ਨੇ। ਜਿਹੜੇ ਜਿਹੜੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਪਹੁੰਚੇ ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਈ। ਅਪਰ ਕਥਾ ਅਬ ਸੁਣੋ ਅਗਾਰੀ ਸ੍ਰੀ ਸਤਿਗੁਰ ਮਹਾਤਮ ਭਾਰੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਨੂੰ ਸੁਣੋ ਜਿਹਦੇ ਵਿੱਚ ਕਿ ਮਹਾਤਮ ਸਤਿਗੁਰਾਂ ਦਾ ਬਹੁਤ ਵੱਡਾ ਹੈ। ਇੱਕ ਖੱਤਰੀ ਥੋ ਪ੍ਰੇਮਾ ਨਾਮ ਮਾਤ ਪਿਤਾ ਨਹੀਂ ਭਰਾਤਾ ਧਾਮ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਖੱਤਰੀ ਸੀ ਜਿਸ ਦਾ ਨਾਂ ਸੀ ਪ੍ਰੇਮਾ। ਕਹਿੰਦੇ ਨੇ ਨਾ ਉਸਦੀ ਮਾਂ ਸੀ, ਨਾ ਉਸਦਾ ਪਿਓ ਸੀ, ਨਾ ਉਸਦਾ ਕੋਈ ਭੈਣ ਭਰਾ ਸੀ, ਭਾਵ ਕਿ ਇਕੱਲਾ ਸੀ। ਕੋਇਸ਼ਟ ਸ਼ਰੀਰ ਬਿਖੈ ਰੋਜ ਪਾਇਓ ਆਦਿਕ ਦਰਿਦਰੀ ਸੋ ਹੋਏ ਗਇਓ। ਕਹਿੰਦੇ ਨੇ ਕਿ ਉਸ ਪ੍ਰੇਮੇ ਨੂੰ ਕੋੜ ਦਾ ਰੋਗ ਹੋ ਗਿਆ, ਬਹੁਤ ਵੱਡਾ, ਮਾਨੋ ਕਿ ਕੋੜ ਦੇ ਰੋਗ ਦੇ ਨਾਲ ਗ੍ਰਸਿਆ ਗਿਆ। ਹਾਥ ਪਾਦ ਗੜ ਕੇ ਗਿਰ ਪਰੈ ਕੋ ਨਹੀਂ ਨਿਕਟ ਹੋਣ ਦੇ ਖਰੈ। ਜਿਹੜੇ ਉਹਦੇ ਹੱਥ ਪੈਰ ਸੀ ਉਹ ਮਾਨੋ ਕਿ ਗਲ ਕੇ ਡਿੱਗ ਪਏ, ਕੋਈ ਵੀ ਉਸ ਨੂੰ ਆਪਣੇ ਲਾਗੇ ਖੜਾ ਨਹੀਂ ਹੋਣ ਦਿੰਦਾ। ਭੇਖ ਅਮੰਗਲ ਭਿਖਤ ਗਿਲਾਨ ਮਾਖੀ ਬ੍ਰਿੰਦ ਸੰਗ ਨਿਤ ਠਾਨ। ਬੜਾ ਭਿਆਨਕ ਜਿਹਾ ਰੂਪ ਉਸ ਦਾ ਹੋ ਗਿਆ ਜਿਸ ਨੂੰ ਵੇਖਦਿਆਂ ਸਾਰ ਹੀ ਨਫ਼ਰਤ ਪੈਦਾ ਹੁੰਦੀ ਸੀ। ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਮੱਖੀਆਂ ਨੇ ਉਸ ਦੇ ਦੁਆਲੇ ਚੰਬੜੀਆਂ ਰਹਿੰਦੀਆਂ ਸੀ। ਗਲ ਮੈਂ ਬਾਂਧਿਓ ਮਾਟੀ ਬਾਸਣ ਠਾਂਡੋ ਹੋਏ ਆਪ ਕੋ ਪਾਸਨ। ਉਸਨੇ ਆਪਣੇ ਗਲ ਦੇ ਵਿੱਚ ਇੱਕ ਮਿੱਟੀ ਦਾ ਭਾਂਡਾ ਬੰਨਿਆ ਹੋਇਆ ਸੀ, ਕੋਈ ਵੀ ਉਸ ਨੂੰ ਆਪਣੇ ਲਾਗੇ ਨਹੀਂ ਸੀ ਲੱਗਣ ਦਿੰਦਾ। ਬੈਠਿਓ ਕਿਸਰ ਕਿਸਰ ਕਰ ਚਾਲੈ ਕਰ ਕੋ ਦਇਆ ਟੂਕ ਤਿਸ ਕਾਲੈ। ਔਰ ਉਹ ਚੱਲ ਵੀ ਨਹੀਂ ਸੀ ਸਕਦਾ, ਇਸ ਕਰਕੇ ਕਿਸਰ ਕਿਸਰ ਕੇ ਘਸੀਟ ਕੇ ਇਸੇ ਤਰ੍ਹਾਂ ਅੱਗੇ ਜਾਂਦਾ ਸੀ। ਕੋ ਕਰ ਦਇਆ ਟੂਕ ਤਿਸ ਪਾਵੈ। ਜੇ ਕਿਸੇ ਨੂੰ ਦਇਆ ਆ ਜਾਂਦੀ ਸੀ ਤੇ ਉਹਦੇ ਗਲ ਦੇ ਵਿੱਚ ਜਿਹੜਾ ਮਿੱਟੀ ਦਾ ਭਾਂਡਾ ਪਾਇਆ ਹੋਇਆ ਸੀ ਉਹਦੇ ਵਿੱਚ ਰੋਟੀ ਦਾ ਟੁਕੜਾ ਕੋਈ ਪਾ ਦਿੰਦਾ ਸੀ। ਇਸ ਬਿਦ ਆਪਣੋ ਸਮਾਂ ਬਿਤਾਵੈ ਦਿਓਸ ਜਾਮਨੀ ਸੰਕਟ ਪਾਵੈ। ਕਵੀ ਜੀ ਕਹਿੰਦੇ ਨੇ ਕਿ ਇਸੇ ਹੀ ਤਰੀਕੇ ਦੇ ਨਾਲ ਉਹ ਆਪਣੇ ਜ਼ਿੰਦਗੀ ਦੇ ਦਿਨਾਂ ਨੂੰ ਲੰਘਾ ਰਿਹਾ ਸੀ। ਰਾਤ ਦਿਨ ਮਾਨੋ ਕਿ ਉਸਦਾ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦਾ ਸੀ। ਜਿਸ ਟਿਗ ਹੋਏ ਤ੍ਰਿਸਕਾਰੈ ਸੋਏ ਦੇਖਣ ਭੀ ਨ ਕਰੈ ਤਿਸ ਕੋਏ। ਜਿਹਦੇ ਕੋਲ ਵੀ ਉਹ ਕੋੜੀ ਪ੍ਰੇਮਾ ਜਾਂਦਾ ਸੀ ਉਹੀ ਉਸਦਾ ਤਿਰਸਕਾਰ ਕਰਦਾ ਸੀ, ਨਿਰਾਦਰ ਕਰਦਾ ਸੀ, ਮਾਨੋ ਕਿ ਕੋਈ ਉਸ ਨੂੰ ਦੇਖਣਾ ਵੀ ਨਹੀਂ ਸੀ ਚਾਹੁੰਦਾ। ਤਿੰਨ ਗੁਰ ਮਹਿਮਾ ਸੁਣੀ ਕਨੇਰੀ ਜਨਮ ਰੰਕ ਜਿਮ ਸੁਰਤਰ ਕੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਕੋੜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਸੁਣਿਆ, ਮਾਨੋ ਕਿ ਇਸ ਤਰ੍ਹਾਂ ਉਹਨੂੰ ਸੁੱਖ ਮਿਲਿਆ ਜਿਵੇਂ ਕਿਸੇ ਕੰਗਾਲ ਨੂੰ ਇਹ ਪਤਾ ਲੱਗ ਜਾਵੇ ਕਿ ਫਲਾਣੀ ਜਗ੍ਹਾ ਦੇ ਉੱਤੇ ਕਲਪ ਬਿਰਖ ਦਾ ਬੂਟਾ ਹੈ। ਸੁਣ ਸੁਣ ਜਸ ਕੋ ਹੁਲਸੈ ਮਨ ਮੈਂ कृपन महा जिम आमद तन में। ग्रंथाकार भाई संतोख सिंह जी लिखते ने कि सतगुरु सच्चे पातशाह जी दे जस नूं सुन सुन के मन दे विच इन्ना हुलास पैदा हुंदा सी, इन्नी खुशी हुंदी सी कि जिवें मानो किसी कंजूस दे कोल धन दी आमदनी ज्यादा होवे, जिन्ना ज्यादा धन आवे जिवें कंजूस धन दी आमदनी नूं देख के खुश हुंदा है ना, इस तरह सतगुरु सच्चे पातशाह जी दे जस नूं सुन के प्रसन्न हुंदा सी।
बदियो प्रेम और गावत गीत, तरह ध्यान ठहरावे चीत। इसे तरह करदियां करदियां उस दे मन दे विच सतगुरु सच्चे पातशाह जी दे प्रति बहुता ज्यादा प्रेम वधिया। फिर सतगुरु सच्चे पातशाह जी दे ਉਹ ਗੀਤ ਗਾਉਣ ਲੱਗਾ, ਧਿਆਨ ਨੂੰ ਧਾਰਨ ਕਰਕੇ ਰੱਖਦਾ ਹੈ ਔਰ ਫਿਰ ਪ੍ਰੇਮ ਦੇ ਨਾਲ ਬੋਲਦਾ ਹੈ। ਉਮਗੈ ਪ੍ਰੇਮ ਪੁਕਾਰੈ ਊਚੋ, ਸੁਣ ਸੁਣ ਆਵੈ ਊਚਰੋ ਨੀਚੋ। ਜਦੋਂ ਬਹੁਤਾ ਹੀ ਜ਼ਿਆਦਾ ਪ੍ਰੇਮ ਦਾ ਪ੍ਰਵਾਹ ਉਹਦੇ ਹਿਰਦੇ ਦੇ ਵਿੱਚ ਆਉਂਦਾ ਹੈ, ਫਿਰ ਉੱਚੀ ਉੱਚੀ ਉਹ ਪੁਕਾਰਨ ਲੱਗਦਾ ਹੈ, ਜਿਸ ਨੂੰ ਸੁਣ ਕੇ ਸਾਰੇ ਦੇ ਸਾਰੇ ਉਹਦੇ ਕੋਲ ਆ ਜਾਂਦੇ। मन की युक्ति करे उचार, प्रेम मगन को लह न सार। की बोलदा है उस दे बारे कवि जी लिखते ने कि जो मन दे विच आउंदा है वो बोलदा है। प्रेम मगन को लह न सार, प्रेम दे विच किन्ना ज्यादा वो मगन है, इस गल दी सार नूं कोई नहीं जानदा। राग कबित न बानी जाने, बिन जाने ही बदन बखाने। उसनू कोई राग नहीं आउंदा, वो कविता दे किसे कबित नू, छंद नू, चौपाई नू, इस तरह की किसी भी गल नू नहीं जानदा। कहंदे ने बिन जाने ही बदन बखाने, बगैर राग दी समझ तो, बगैर किसी छंदाबंदी तो वो अपने मुंह दे नाल प्रेम दे विच ही इस तरह बोलता है। कह दृष्टांत बाक कछ मोटा, मुझ अब लद्दा गया कछोटा। दृष्टांत दे विच वो मोटा जिहा एक वचन कहंदा है, मुझ अब लद्दा गयो कछोटा, मैनू लभ गया है कछोटा चला गया। कछोटे दा भाव हुंदा है गया होया पर्दा। इत्थे गए हुए पर्दे तो भाव है शरीर दा, कि मेरा शरीर रूपी जिहड़ा पर्दा है वो चला गया है ते मैनू लद्दा है, मैनू लभ गया। सुनो जहाना कहो बडेर, गया कछोटा लद्दा फिर। उच्ची उच्ची पुकार दे नाल कहंदा है, गया कछोटा, मेरा शरीर रूपी पर्दा चला गया है और मैनू गुरु लभ पिया। जब कब प्रेम हृदय अधकावै, गया कछोटा लद्दा गावै। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪ੍ਰੇਮ ਬਹੁਤਾ ਜ਼ਿਆਦਾ ਹਿਰਦੇ ਦੇ ਵਿੱਚ ਉਮੜਦਾ ਹੈ, ਉਸ ਵੇਲੇ ਇਹੀ ਗੱਲ ਕਹਿੰਦਾ ਹੈ, ਗਿਆ ਕਛੋਟਾ ਲੱਦਾ, ਗਿਆ ਕਛੋਟਾ ਔਰ ਲੱਦਾ, ਇਸ ਤਰ੍ਹਾਂ ਕਹਿੰਦਾ। ਸੁਣ ਸੁਣ ਹੱਸੈ ਸੋ ਆਪਸ ਮਾਹੇ, ਪਾਣੀ ਅੰਨ ਆਣ ਦੇ ਤਾਹੇ। ਉਸ ਦੀ ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਲੋਕ ਹੱਸਦੇ ਨੇ, ਪਰ ਫਿਰ ਵੀ ਕੋਈ ਪਾਣੀ ਦੇ ਜਾਂਦਾ ਹੈ, ਕੋਈ ਅੰਨ ਦੇ ਜਾਂਦਾ ਹੈ, ਇਸੇ ਤਰ੍ਹਾਂ ਉਸ ਦੇ ਨਾਲ ਨਿਰਵਾਹ ਕਰਦਾ ਹੈ ਜੋ ਕੋਈ ਦੇ ਜਾਂਦਾ। ਸਤਿਗੁਰ ਕੋ ਸਿਮਰਤ ਚਿਤ ਚਾਹਤ, ਦਰਸ਼ਨ ਪਾਵੋ ਬਹੁਤ ਉਮਾਹਤ। ਪ੍ਰੇਮਾ ਕੋੜੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ, ਮਨ ਦੇ ਵਿੱਚ ਸੋਚਦਾ ਕਿ ਮੈਂ ਜ਼ਰੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਜਾ ਕੇ ਕਰਾਂਗਾ। इस तरह की लालसा नूं धारण करके फिर सतगुरां दी नगरी गोइंदवाल दे वल चल पिया ओ प्रेमा कोड़ी। संग नितम बन किसरत चालै, पल पल प्रेम कला प्रति पालै। चल ते नहीं सकदा, उसने किसर किसर के ही जाना शुरू कर दिता। पल पल दे विच प्रेम दी कला दे विच, प्रेम दे स्वरूप दे विच वो अपनियां घड़ियां नूं गुजारदा। चितवत मैं गुर दर्शन पाऊं, आद ब्याद अग ओग नसाऊं। मन दे विच सोचदा जांदा कि मैं सतगुरु अमरदास सच्चे पातशाह जी दा जाके दर्शन करांगा, मैं अपने तिन्ने पापां नूं निवार लवांगा, अपने तिन्ने पापां तो मैं मुक्त होवांगा। जो गुर मग को मिल ढोल चलै, क्यों नहीं भुगत मुक्त फल हले। सोचदा है कि जेड़ा भी सतगुरु सच्चे पातशाह जी दे राह दे उत्ते निमरता दे नाल चल पैंदा है, उस नूं भुगती ते मुक्ति जरूर मिलदी है, इस गल दे विच कोई शक नहीं। चिरंकाल में चल कर आयो,
ਹਰਿਖਿਓ ਜਨ ਨਵ ਨਿਧ ਸੁਖ ਪਾਇਓ। ਬਹੁਤ ਸਾਰੇ ਸਮੇਂ ਦੇ ਵਿੱਚ ਚੱਲ ਕੇ ਆਖਰਕਾਰ ਉਹ ਪ੍ਰੇਮਾ ਗੋਇੰਦਵਾਲ ਦੇ ਵਿੱਚ ਪਹੁੰਚਿਆ ਹੈ। ਜਦੋਂ ਗੋਇੰਦਵਾਲ ਨੂੰ ਦੇਖਿਆ ਤੇ ਮਨ ਨੂੰ ਕਿਸ ਤਰ੍ਹਾਂ ਖੁਸ਼ ਹੋਇਆ ਜਿਵੇਂ 9 ਨਿਧੀਆਂ ਪ੍ਰਾਪਤ ਹੋ ਗਈਆਂ। ਸਤਿਗੁਰ ਕੇ ਦਰਬਾਰ ਅਗਾਰੀ ਲਈ ਧੂਲ ਤਰ ਸ਼ਰਦਾ ਪਾਰੀ। ਆਖਰਕਾਰ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਲਾਗੇ ਪਹੁੰਚਿਆ ਹੈ। ਉਸ ਜਗ੍ਹਾ ਦੇ ਉੱਤੇ ਜਿਹੜੀ ਧੂਲ ਸੀ, ਜਿਹੜੀ ਮਿੱਟੀ ਸੀ, ਉਸ ਨੂੰ ਸ਼ਰਧਾ ਦੇ ਨਾਲ ਉਸਨੇ ਧਾਰਨ ਕੀਤਾ। ਸਿਰ ਮੁਖ ਪਰ ਸਗਰੇ ਤਨ ਫੇਰੀ ਬੈਠ ਰਹਿਓ ਤਹਿ ਕੇਤਕ ਬੇਰੀ। ਕਾਫੀ ਚਿਰ ਤੱਕ ਉੱਥੇ ਬੈਠਾ ਰਿਹਾ। ਉੱਥੋਂ ਦੀ ਧੂੜੀ ਨੂੰ ਚੁੱਕ ਕੇ ਆਪਣੇ ਸਿਰ ਦੇ ਉੱਤੇ ਲਾਇਆ ਹੈ, ਫਿਰ ਆਪਣੇ ਮੂੰਹ ਦੇ ਵਿੱਚ ਪਾਇਆ ਹੈ। ਇਸ ਤੋਂ ਇਲਾਵਾ ਸਾਰੇ ਸਰੀਰ ਦੇ ਉੱਤੇ ਵੀ ਧੂੜੀ ਉਹ ਮਲੀ। ਆਵਤ ਜਾਤ ਸਿੱਖ ਜੋ ਅਵਲੋਕਤ ਇਸ ਕੋ ਬਚ ਕਹੈ। ਉਸ ਦਰਬਾਰ ਦੇ ਵਿੱਚ ਆਉਣ ਵਾਲੇ ਜਾਂ ਜਾਣ ਵਾਲੇ ਜਿੰਨੇ ਵੀ ਸਿੱਖ ਉੱਥੋਂ ਦੀ ਲੰਘਦੇ ਨੇ, ਉਹ ਇਸ ਨੂੰ ਦੇਖ ਕੇ ਇਸ ਤਰ੍ਹਾਂ ਕਹਿੰਦੇ ਨੇ ਗੁਰ ਦਰਸ਼ਨ ਕੁਸ਼ਟੀ ਨਹੀਂ ਪਾਵੈ ਤਉ ਪਾਵੈ ਜੇ ਆਪ ਬੁਲਾਵੈ। ਕੋੜੀ ਪ੍ਰੇਮੇ ਨੂੰ ਸਿੱਖ ਕਹਿੰਦੇ ਨੇ ਕਿ ਗੁਰੂ ਦਾ ਦਰਸ਼ਨ ਕੁਸ਼ਟੀ ਨਹੀਂ ਪਾ ਸਕਦਾ। ਕੋੜੀ ਸਤਿਗੁਰਾਂ ਦਾ ਦਰਸ਼ਨ ਨਹੀਂ ਕਰ ਸਕਦਾ, ਤਾਂ ਕਰ ਸਕਦਾ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਆਪ ਬੁਲਾਉਣ। ਸੁਣ ਕੈ ਸ਼ੋਕਾਰਤ ਚਿਤ ਹੋਵਾ ਜੇ ਅਬ ਮੋਹ ਨ ਦਰਸ਼ਨ ਹੋਵਾ। ਬੜੀ ਆਸ ਨੂੰ ਧਾਰਨ ਕਰਕੇ ਬੜੇ ਔਖੇ ਯਤਨ ਦੇ ਨਾਲ ਇੱਥੋਂ ਤੱਕ ਅਪੜਿਆ ਸੀ, ਪਰ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ ਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੋਕ ਪੈਦਾ ਹੋਇਆ। ਸੋਚਣ ਲੱਗਾ ਜੇ ਅਬ ਮੋਹ ਨ ਦਰਸ਼ਨ ਹੋਵਾ, ਜੇ ਇੱਥੇ ਪਹੁੰਚ ਕੇ ਵੀ ਮੈਨੂੰ ਸਤਿਗੁਰਾਂ ਦਾ ਦਰਸ਼ਨ ਨਾ ਹੋਇਆ ਤੇ ਫਿਰ ਇੱਥੇ ਆਉਣ ਦਾ ਫਾਇਦਾ ਕੀ ਹੋਇਆ। ਸੋਚਦਾ ਆਵਣ ਸ਼ਰਮ ਬਾਦ ਹੋਏ ਮੇਰਾ ਭਇਓ ਨਾ ਫਲ ਪ੍ਰਾਪਤ ਦੁੱਖ ਘੇਰਾ। ਸੋਚਦਾ ਹੈ ਕਿ ਮੇਰਾ ਤੇ ਇੱਥੇ ਆਉਣਾ ਹੀ ਬੇਕਾਰ ਚਲੇ ਜਾਏਗਾ ਜੇ ਮੈਂ ਇੱਥੇ ਆਣ ਕੇ ਵੀ ਸਤਿਗੁਰਾਂ ਦਾ ਦਰਸ਼ਨ ਨਾ ਕਰ ਸਕਿਆ। ਭਇਓ ਨਾ ਫਲ ਪ੍ਰਾਪਤ ਦੁੱਖ ਘੇਰਾ। ਸੋਚਦਾ ਹੈ ਕਿ ਮੈਂ ਦੁੱਖ ਦੇ ਨਾਲ ਘੇਰੇ ਹੋਏ ਨੂੰ ਕੁਝ ਵੀ ਫਲ ਪ੍ਰਾਪਤ ਨਹੀਂ ਹੋਣਾ। ਮੈਂ ਨਿਰਭਾਗ ਜਹਾਂ ਚਹ ਜਾਊਂ ਨਿਫਲੇ ਤਹਾਂ ਨਹੀਂ ਕੁਛ ਪਾਊਂ। ਆਪਣੇ ਆਪ ਨੂੰ ਖੋਟੇ ਭਾਗਾਂ ਵਾਲਾ ਸਮਝ ਕੇ ਸੋਚਦਾ ਕਿ ਮੈਂ ਬਹੁਤ ਹੀ ਜ਼ਿਆਦਾ ਨਿਰਭਾਗਾ ਹਾਂ, ਮੇਰੇ ਚੰਗੇ ਭਾਗ ਨਹੀਂ ਹਨ। ਇਸ ਕਰਕੇ ਜਿੱਥੇ ਵੀ ਮੈਂ ਜਾਣਾ ਹਾਂ ਉੱਥੇ ਮੇਰੇ ਹੱਥ ਅਸਫਲਤਾ ਲੱਗਦੀ ਹੈ, ਕਿਸੇ ਜਗ੍ਹਾ ਤੇ ਮੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਸੋਚਦਾ ਹੈ ਕਿ ਜੇ ਕਿਸੇ ਦੇ ਘਰ ਮੰਗਣ ਦੇ ਵਾਸਤੇ ਜਾਣਾ ਉੱਥੇ ਵੀ ਮੈਨੂੰ ਤਰਕਾਰ ਮਿਲਦੀ ਹੈ, ਪ੍ਰਵਾਨਗੀ ਨਹੀਂ ਮਿਲਦੀ। ਤੇ ਜੇ ਮੈਂ ਗੁਰੂ ਦੇ ਦਰਬਾਰ ਦੇ ਵਿੱਚ ਆਇਆ ਤੇ ਇੱਥੇ ਵੀ ਮੇਰੇ ਨਾਲ ਇਸੇ ਤਰ੍ਹਾਂ ਦਾ ਹੀ ਹੋਇਆ। ਬਿਨ ਦਰਸ਼ਨ ਗਮਨੋ ਕਿਤ ਨਾਹੀ ਕੈ ਮਰ ਰਹੋ ਇਸੀ ਥਲ ਮਾਹੀ। ਪਰ ਮਨ ਦੇ ਨਾਲ ਹੁਣ ਪੱਕਾ ਇਰਾਦਾ ਪ੍ਰੇਮੀ ਨੇ ਧਾਰਨ ਕੀਤਾ ਕਿ ਬਗੈਰ ਦਰਸ਼ਨ ਤੋਂ ਮੈਂ ਇਸ ਜਗ੍ਹਾ ਤੋਂ ਕਦੇ ਕਿਤੇ ਵੀ ਨਹੀਂ ਜਾਵਾਂਗਾ। ਭਾਵੇਂ ਮੈਂ ਮਰ ਜਾਵਾਂ ਇਸੇ ਜਗ੍ਹਾ ਦੇ ਉੱਤੇ, ਪਰ ਇੱਥੋਂ ਕਿਤੇ ਹੋਰ ਨਹੀਂ ਜਾਣਾ। ਤੇ ਇੱਕ ਜੀਵਨ ਅਵ ਨਾਸੋ ਪ੍ਰਾਣ ਗੁਰ ਕੈ ਦਰ ਪਰ ਪਰੋਂ ਸਥਾਨ। ਸੋਚਦਾ ਆਖਰਕਾਰ ਕੀ ਹੋਵੇਗਾ, ਮੈਂ ਮਰ ਜਾਵਾਂਗਾ, ਪਰ ਕਹਿੰਦਾ ਹੈ ਕਿ ਇਸ ਦਰਵਾਜ਼ੇ ਤੇ ਮਰਨਾ ਵੀ ਮੇਰੇ ਵਾਸਤੇ ਚੰਗਾ ਹੈ। ਮੈਂ ਆਪਣੇ ਪ੍ਰਾਣਾਂ ਨੂੰ ਛੱਡ ਦਾਂਗਾ ਪਰ ਗੁਰੂ ਦੇ ਦਰਸ਼ਨ ਕਰਨ ਤੋਂ ਬਗੈਰ ਨਹੀਂ ਜਾਵਾਂਗਾ। ਗੁਰ ਕੇ ਦਰ ਪਰ ਪਰੋਂ ਸਥਾਨ, ਗੁਰਾਂ ਦੇ ਦਰਵਾਜ਼ੇ ਦੀ ਥਾਂ ਤੇ ਪਿਆ ਰਹਾਂ। ਜਾਂ ਫਿਰ ਇਸ ਤੁਕ ਦਾ ਵੀ ਅਰਥ ਲੱਗ ਸਕਦਾ ਹੈ ਕਿ ਗੁਰਾਂ ਦੇ ਦਰਵਾਜ਼ੇ ਪਿਆ ਰਹਾਂ, ਕਦੇ ਨਾ ਕਦੇ ਤੇ ਥਾਂ ਪੈ ਜਾਵਾਂਗਾ। ਦ੍ਰਿੜ ਕਰ ਪ੍ਰੇਮ ਥਿਰਿਓ ਦਰ ਆਗੈ ਸਨਮੁਖ ਬੈਠੈ ਨਹੀਂ ਥਲ ਤਿਆਗੈ। ਹੁਣ ਸਿੱਖਾਂ ਨੇ ਕਹਿ ਦਿੱਤਾ ਤੂੰ ਦਰਸ਼ਨ ਨਹੀਂ ਕਰ ਸਕਦਾ, ਉਹਨਾਂ ਚਿਰ ਦਰਸ਼ਨ ਨਹੀਂ ਕਰ ਸਕਦਾ ਜਿੰਨਾ ਚਿਰ ਸਤਿਗੁਰੂ ਜੀ ਤੈਨੂੰ ਆਪ ਨਹੀਂ ਬੁਲਾਉਂਦੇ। ਹੁਣ ਦਰਵਾਜ਼ੇ ਦੇ ਅੱਗੇ ਰੋਜ਼ ਬੈਠਾ ਰਹਿੰਦਾ, ਸਾਹਮਣੇ ਬੈਠਾ ਰਹਿੰਦਾ, ਉਸ ਜਗ੍ਹਾ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ। ਪ੍ਰੇਮ ਵਿਸਾਲ ਗੁਰੂ ਮੈਂ ਤਰੇ ਮੁਖ ਤੇ ਨਿਤ ਗੁਰ 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 ਕਰੇ।
बहुत ज्यादा सतगुरु सच्चे पातशाह जी दे नाल प्रेम करता है, मुख तो हमेशा गुरु 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 इस तरह जपदा रहिंदा। कब कब गावै ऊंची धुन ते, आवत जात सिख सब सुनते। कदे कदे प्रेम दे नाल फिर उच्ची धुन दे नाल कुछ कहना शुरू कर दिंदा है, जिन्हों आउण जाण वाले सारे सिख सुनते ने। की कहंदा है? गया कछोटा लद्दा गावै, ऊंचे टेरत गुरु सुनावै। गया कछोटा लद्दा इस तरह ही मुख तो कहंदा है, उच्ची उच्ची बोलदा है, मानो कि इन्ना ज्यादा उच्ची बोलदा है कि जिवें गुरु नूं सुना रहा हो। खरे आन होवत सुन पाहू, कह कह पुने गवायस ताहू। सुन वाले जिहड़े लोग ने वो कई बारी खड़े हो जाते ने ते फिर उस नूं बार बार कहंदे ने कि उसे तरह कह जिवें पहलां आख्या सी। कहे नरन के पुन पुन गावै, चाहत दर्श नित रात बितावै। जदों कहंदे ने फेर सुना, वो फेर सुनाउंदा है, इसे तरह बार बार गा के सुनाउंदा है। चाहुंदा है सतगुरु सच्चे पातशाह जी दे दर्शन करने रात दे इसे तरह बतीत हुंदा है। पूरब जन्म महा मैं पापी, जिस ते आदर ब्याद संतापी। सोचदा कदे कदे कि पिछले जन्म दे विच मैं बहुत वड्डा पापी होवांगा, तां ही सोचदा कि आद ब्याद ते संताप मैनू चंबड़िया। सब जग दरसत गुर को नीत, मोह न मिले सो तरसत चीत। सोचदा वड्डे पाप कीते होणगे पिछले जन्म दे विच, इसे करके मैनू सतगुरु सच्चे पातशाह जी दा दर्शन नसीब नहीं हुंदा। मेरा जी बड़ा करदा है, पर सारे लोग सतगुरां दे खुले दर्शन करदे। इस ते आछो थान ना आन, कबहू तो होए है अगहान। पर सोचदा इस जगह नूं छड्ड के किधरे होर नहीं जावांगा, क्योंकि इस तो चंगी जगह होर कोई दुनिया दे उत्ते हो ही नहीं सकदी। कहंदा कबहू तो होए हैं अगहान, कदे ते मेरी किस्मत जागेगी, कदे ते सतगुरु जी कृपा करनगे, मैनू दर्शन देणगे ते मेरे पाप दूर होणगे। गुर दर को अब त्यागो नाही, जीवत मृतक कै दुख माही। सोचदा कि कदे भी गुरु दे दरवाजे नूं नहीं छड्डांगा, इस जगह नूं छड्ड के नहीं जावांगा। जीवत मृतक कै दुख माही, दुख विच जीवदियां या मर गया भी मैं इस जगह नूं नहीं छड्डांगा। राहों शरण में चितवत ऐसे, आवे लोक कहावे तैसे। सोचदा है कि गुरु दी चरण शरण नूं मैं छड्ड के नहीं जावांगा। इसे तरह सोचदा रहिंदा है, लोग आउंदे ने चले जांदे ने। जे कदे कहंदा है गया कछोटा लद्दा, ते उस तो सुन के वो दोबारा दोबारा सुनदे ने। पानी अन्न दया कर देत, बैठियो रहे सो दर्शन हेत। सिख पानी दे दिंदे ने, कोई अन्न आण के दे जांदा है दया करके, ते गुरु दे दर्शनां दी उड़ीक दे विच रात दिन बैठा रहिंदा है गुरु दे दरवाजे दे अगे। कबै कष्ट ते प्रेम बिरधंता, बोलत बोलत भूम गिरंता। ग्रंथाकार भाई संतोख सिंह जी लिखते ने कि कदे प्रेम बहुत ज्यादा वध जाता है ते कष्ट दूसरे पासे कोड़ दा बहुत ज्यादा हुंदा है, ते फिर बोलदा बोलदा इन्ना ज्यादा बेसुध हो जाता है कि धरती दे उत्ते डिग पैंदा है। परियों रह रोदन को ठानत, गुर दर्शन को अत हित जानत। प्यार रहिंदा है, रोंदा रहिंदा है, गुरु दे दर्शनां दे वास्ते बहुत ज्यादा हित करदा। इम व्याकल को देख दुखत को, सिख दया कर द्रवत चित को। ये गल नहीं है कि कोई उसकी खबर जाके सतगुरां नूं नहीं देंदा। कहंदे ने कि सिख उस नूं बहुता ज्यादा जदों व्याकल ते दुखी देखदे ने, फिर उन्हां दा जिहड़ा मन है दुखी नूं देख के द्रव जांदा है, पिघल जांदा है, ते फिर सतगुरां दे कोल जाके वो अर्ज भी करदे। अर्ज गुजारत गुरु अगारी,
एक कुश्ती जिस तन दुख भारी। सिख जाके सतगुरु अमरदास सच्चे पातशाह जी के चरणों के विच बेनती करते ने, सच्चे पातशाह एक कुश्ती कोड़ी दरवाजे के सामने बैठा है जिसका शरीर बहुत ज्यादा दुखी। परियो रह रावर के द्वारे गावत गीत हसावत सारे। कहते ने सच्चे पातशाह दरवाजे के सामने वो पिया रहिंदा है, कुछ अपने मुंह तो इस तरह दी गल्लां कहंदा है जिस नूं सुन के सारे हसदे। दर्शन को चित चाहत रहतो सिमरन सदा आपको कहतो। कहंदे ने सिख के सच्चे पातशाह तुहाडे दर्शनां दी चाह हमेशा करदा है, तुहानूं हमेशा याद करदा रहिंदा है कि कदों मैं सतगुरां दा दर्शन करांगा। मुख ते गावत गीत जो सोऊ क्या किछ कह न जानत को। सिख कहंदे ने सच्चे पातशाह कदे कदे प्रेम दे विच आण के वो अपने मुंह तो कुछ शब्द कहंदा है, पर की वो कहंदा है इस गल दी किसे नूं समझ नहीं लगदी। सुन सतगुर ने सब समझाए हम जानत हैं जो कुछ गाए। जदों सिखां ने अर्ज कीती ते सतगुरु सच्चे पातशाह जी कहंदे ने असीं सारा जानदे हां कि वो की कहंदा है। पड़दा वस्त्र जो मेरो गयो कौन गुर सो मुझ प्राप्त पयो। सतगुरु सच्चे पातशाह जी कहंदे ने कि वो कहंदा है कि मेरा जिहड़ा शरीर रूपी पड़दा वस्त्र है ना वो चला गया है ते गुरु दी मैनू प्राप्ति हुई है। ओदा ये कहण तो भाव है मोह को पायो ताहे सुगावे सब लोकन को टेर सुनावे। गुरु जी कहते ने कि उसने मैनू भाव गुरु जी नू प्राप्त किया है, ये गल इसे करके गाउंदा है। मैं जानत हूं तिसको प्रेम जिसी प्रेम ते प्राप्त छेम। सतगुरु सच्चे पातशाह जी ने आख्या कि मैं उसदे प्रेम नू जानदा हां और इसे प्रेम दे नाल उसदी खेम होनी है, उसदी कल्याण होनी। इस प्रकार दिन कितक बिताए ऊंचे टेरत गुरु सुनाए। ग्रंथाकार भाई संतोख सिंह जी लिखते ने कि इसे तरीके दे नाल बहुत सारे दिन बतीत हो गए, उच्ची उच्ची पुकार के वो गुरु नूं इसे तरह कहंदा रहिंदा है, सुनाउंदा रहिंदा है। जब प्रेम ने व्याकल करियो नहीं सुध देह रहियो तर परियो। जदों प्रेम ने बहुता ही ज्यादा उस कोड़ी प्रेम नूं व्याकल कीता ते फिर एक दिन की होया कि बेहोश होके धरती दे उत्ते डिग पे। तेसी और की लख अंतर जामी सर्व कला समरथ गुर स्वामी। उस दे हृदय दी गति नूं जाणिया सर्व कला समरथ गुर स्वामी। जेड़े सतगुरु सच्चे पातशाह जी सर्व कला दे विच समर्थ ने, जेड़े गुरु स्वामी ने मालिक ने, उन्हां ने उसदी मनोदशा नूं जाणे। अजान्यो भगत प्रेम जिह जागा अपर आसरो मन कर त्यागा। सतगुरु सच्चे पातशाह जी ने जानिया कि मेरा प्रेमी भगत इन्ना है जिन्हें के सारे आसरियां नूं ढा दिता है और मेरे ही ध्यान नूं हृदय दे विच धारण कीता। थाओ निथावन मान निमाना इस बिद को निज बिरद पछाना। कवि जी कहते ने जेड़े निथावियां दे थां ने, जेड़े निमाणियां दे मान ने, सतगुरु जी उन्हां ने इस गल नूं जाणिया। सतगुरु अमरदास सच्चे पातशाह जी नूं खुशी दी हालत दे विच सतगुरु अंगद देव सच्चे पातशाह जी ने 12 वरदान प्रदान कीते सन। सतगुरु सच्चे पातशाह जी दे वरदाना दित्तियां होयां दे विच इह वी सी कि तू निथावियां दा थां, तू न्योटियां दी ओट, तू निमाणियां दा मान, तू बेगतियां दी गत। इस तरह 12 सतगुरु सच्चे पातशाह जी ने सतगुरु अमरदास सच्चे पातशाह जी नूं वरदान दित्ते सन। उसे गल दे वल इशारा करदे ने कवि जी। निथावन थाम मान निमाणा, जेड़े सतगुरु जी निमाणियां दे मान ने, निथावियां दे थां ने, उन्हां ने इस गल नूं याद कीता और अपने धर्म दी पछाण कीती, पालना कीती।
भये प्रसन्न सवन सो कहा, तिसको ले आवो अब यहाँ। सतगुरु जी प्रसन्न होए और सिखां नूं वचन कीता कि ਉਹ ਜਿਹੜਾ ਕੁਸ਼ਤੀ ਬਾਹਰ ਬੈਠਾ ਹੋਇਆ ਨਾ, ਉਸ ਨੂੰ ਇੱਥੇ ਚੁੱਕ ਕੇ ਲੈ ਆ। हमरे बजन को जल जहवा, संचत टिकियो ले जावो तहवा। सतगुरु सच्चे पातशाह जी चौकी ਦੇ ਉੱਤੇ ਬੈਠ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਜਿਹੜਾ ਥੱਲੇ ਪਾਣੀ ਸੀ ਉਹ ਕਾਫੀ ਦੇਰ ਤੱਕ ਖੜਾ ਰਹਿੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਇਸ਼ਨਾਨ ਕੀਤਾ ਹੈ ਉੱਥੇ ਲਾਗੇ ਕਹਿੰਦੇ ਨੇ ਕਿ ਕਾਫੀ ਜਿਹੜਾ ਪਾਣੀ ਹੈ ਉਹ ਟਿਕਿਆ ਹੋਇਆ ਹੈ। ਉਸ ਜਗ੍ਹਾ ਤੇ ਉਸ ਨੂੰ ਲੈ ਕੇ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਵਾ। ਨੀਕੇ ਜਾਏ ਇਸ਼ਨਾਨੋ ਇਹੀ, ਹੋਏ ਜਾਏਗੀ ਸੁਧ ਸਭ ਦੇਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਕੋੜੀ ਨੂੰ ਫੜ ਕੇ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਾ ਦਿਓ ਜਿਹੜਾ ਪਾਣੀ ਸਾਡੇ ਇਸ਼ਨਾਨ ਕਰਨ ਤੋਂ ਬਾਅਦ ਡੁੱਲਾ ਹੋਇਆ। ਗੁਰੂ ਜੀ ਕਹਿੰਦੇ ਨੇ ਜਦੋਂ ਤੁਸੀਂ ਇਸ਼ਨਾਨ ਕਰਾਓਗੇ ਉਸ ਤੋਂ ਬਾਅਦ ਇਹਦਾ ਜਿਹੜਾ ਸਰੀਰ ਹੈ ਨਾ ਅਸੀਂ ਸ਼ੁੱਧ ਕਰ ਦਿਆਂਗੇ, ਚੰਗਾ ਕਰ ਦਿਆਂਗੇ। ਰੰਗ ਮਜੀਠੀ ਅੰਬਰ ਲਿਆਵੋ, ਸਰਬ ਸਰੀਰ ਸੈ ਪਹਿਰਾਵੋ। ਗੁਰੂ ਜੀ ਕਹਿੰਦੇ ਨੇ ਇਸ ਤੋਂ ਬਾਅਦ ਮਜੀਠੇ ਰੰਗ ਦਾ ਜਿਹੜਾ ਕੱਪੜਾ ਹੈ ਉਸ ਨੂੰ ਲੈ ਕੇ ਉਸ ਦੇ ਸਾਰੇ ਸਰੀਰ ਨੂੰ ਉਸ ਕੱਪੜੇ ਦੇ ਨਾਲ ਢੱਕ ਦਿਓ। ਨਾਖ ਸਿੱਖ ਲੋ ਛਾਦਨ ਕਰ ਸਾਰੇ, ਪੁਨਿਆਨੋ ਤੁਮ ਨਿਕਟ ਹਮਾਰੇ। ਕੱਪੜੇ ਦੇ ਨਾਲ ਨੌ ਤੋਂ ਲੈ ਕੇ ਸਿਰ ਤੱਕ ਉਸ ਨੂੰ ਪੂਰਾ ਢੱਕ ਦੇਣਾ ਹੈ ਤੇ ਫਿਰ ਇਸੇ ਤਰੀਕੇ ਦੇ ਨਾਲ ਉਸ ਨੂੰ ਤੁਸੀਂ ਸਾਡੇ ਕੋਲ ਲੈ ਕੇ ਆਉਣਾ। ਸੁਣ ਸਿੱਖਣ ਕਰ ਚੌਂਪ ਗਏ ਹੈ, ਕਹਿਓ ਉਦੈ ਤਵ ਭਾਗ ਭਏ ਹੈ। ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਹੁਕਮ ਕੀਤੇ ਉਸ ਵੇਲੇ ਸਾਰੇ ਸਿੱਖਾਂ ਨੇ ਸਤ ਵਚਨ ਆਖਿਆ ਔਰ ਉਸ ਕੋੜੀ ਦੇ ਕੋਲ ਚਲੇ ਗਏ ਨੇ। ਜਾ ਕੇ ਖੁਸ਼ੀ ਦੇ ਨਾਲ ਉਹਨੂੰ ਕਹਿੰਦੇ ਨੇ ਉਦੈ ਤਵ ਭਾਗ ਪਏ ਹੈ, ਤੇਰੇ ਜਿਹੜੇ ਭਾਗ ਨੇ ਨਾ ਉਹ ਉਦੈ ਹੋ ਗਏ ਨੇ, ਉਹ ਜਾਗ ਪਏ। ਤੇ ਜਲ ਜਾਏ ਇਸ਼ਨਾਨ ਕਰਾਵਾ, ਰੰਗ ਮਜੀਠੀ ਬਸਤਰ ਓਢਾਵਾ। ਕੋੜੀ ਨੂੰ ਚੁੱਕ ਕੇ ਲੈ ਗਏ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਦਾ ਪਾਣੀ ਡੁੱਲਾ ਹੋਇਆ ਸੀ, ਉਹਦੇ ਵਿੱਚ ਜਾ ਕੇ ਉਸ ਦਾ ਇਸ਼ਨਾਨ ਕਰਵਾ ਦਿੱਤਾ। ਫਿਰ ਇੱਕ ਕੱਪੜੇ ਦੇ ਨਾਲ ਉਸ ਨੂੰ ਪੂਰਾ ਢੱਕ ਦਿੱਤਾ। ਨਾਖ ਸ਼ੇਖ ਛਾਦਨ ਕੀਨ ਸਰੀਰ, ਲੈ ਪਹੁੰਚੇ ਪੁਣ ਸਤਿਗੁਰ ਤੀਰ। ਨੌ ਤੋਂ ਲੈ ਕੇ ਸਿਰ ਤੱਕ ਪੂਰੇ ਦਾ ਪੂਰਾ ਉਸ ਨੂੰ ਢੱਕ ਦਿੱਤਾ ਉਸ ਕੱਪੜੇ ਦੇ ਨਾਲ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਨੂੰ ਲੈ ਕੇ ਚਲੇ ਗਏ। ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ, ਨਿਜ ਕਰ ਸੋ ਮੁਖ ਵਹਿਰ ਨਿਕਾਲਾ। ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦੇਖਿਆ, ਉਹਦਾ ਥੋੜਾ ਜਿਹਾ ਮੂੰਹ ਨੰਗਾ ਕਰਕੇ ਸਤਿਗੁਰਾਂ ਨੇ ਕਿਰਪਾ ਦੀ ਮਿਹਰ ਦੀ ਨਜ਼ਰ ਉਹਦੇ ਤੇ ਫੇਰੀ। ਦ੍ਰਿਸ਼ਟ ਪਾਰੀ ਸਤਿਗੁਰ ਕੀ ਜਬੈ, ਤਨ ਅਰੋਗ ਭਾ ਸੁੰਦਰ ਤਬੈ। ਜਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਉਹਦੇ ਤੇ ਪਈ, ਉਸੇ ਵੇਲੇ ਕਵੀ ਜੀ ਕਹਿੰਦੇ ਨੇ ਕਿ ਉਸ ਦਾ ਸਾਰਾ ਜਿਹੜਾ ਸਰੀਰ ਸੀ ਨਾ ਉਹ ਅਰੋਗ ਹੋ ਗਿਆ। ਨਿਜ ਕਰਤੇ ਪੁਨ ਵਸਤਰ ਦਏ ਹੈ, ਸਭ ਨਵੀਨ ਪਹਿਰਾਏ ਦਏ ਹੈ। ਕੋੜ ਕਿਧਰੇ ਦੂਰ ਜਾਂਦਾ ਰਿਹਾ, ਸਰੀਰ ਬਿਲਕੁਲ ਸਵੱਛ ਤੇ ਸੁੰਦਰ ਹੋ ਗਿਆ। ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਕੁਝ ਕੱਪੜੇ ਦਿੱਤੇ ਨਵੇਂ, ਜਿਹੜੇ ਕਿ ਉਸ ਦੇ ਗਲ ਦੇ ਵਿੱਚ ਪਹਿਨਾ ਦਿੱਤੇ। ਮੰਤਰ ਵਾਹਿਗੁਰੂ ਕੋ ਦੀਨਸ, ਭਾਲ ਵਿਸਾਲ ਤਿਲਕ ਤਿਨ ਕੀਨਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਵਾਹਿਗੁਰੂ ਦਾ ਮੰਤਰ ਉਸ ਦੇ ਕੰਨ ਦੇ ਵਿੱਚ ਦਿੱਤਾ ਤੇ ਉਸ ਦੇ ਮੱਥੇ ਦੇ ਉੱਤੇ ਇੱਕ ਬਹੁਤ ਵੱਡਾ ਤਿਲਕ ਕੀਤਾ। ਰਾਜ ਕੰਨ ਤੇ ਗਿਰ ਸਮਸਰ ਕੀਓ, ਨਾਮ ਮੁਰਾਰੀ ਪੁਨ ਧਰ ਦਿਓ। ਗ੍ਰੰਥਾਕਾਰ ਜੀ ਲਿਖਦੇ ਨੇ, ਮਾਨੋ ਕਿ ਇੱਕ ਛੋਟੇ ਜਿਹੇ ਧੂੜ ਦੇ ਕਿਨਕੇ ਵਰਗਾ ਸੀ, ਜਿਹਦੇ ਤੇ ਕਿਰਪਾ ਕਰਕੇ ਸਤਿਗੁਰਾਂ ਨੇ ਪਹਾੜ ਦੇ ਬਰਾਬਰ ਉਸ ਨੂੰ ਬਣਾ ਦਿੱਤਾ। ਪਹਿਲਾਂ ਉਸ ਦਾ ਨਾਮ ਪ੍ਰੇਮਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਫਿਰ ਉਸ ਦਾ ਨਾਮ ਮੁਰਾਰੀ ਰੱਖਿਆ।
सभा मझार कहो गुर बैन, तन जा है जेह सिख के ऐन। सभा बैठी हुई सी। सतगुरु सच्चे पातशाह जी ने सारी सभा ਨੂੰ ਸੰਬੋਧਨ ਕਰਕੇ ਆਖਿਆ, ਕਹਿੰਦੇ ਨੇ ਜਿਸ ਦੇ ਘਰ ਵੀ ਜਵਾਨ ਲੜਕੀ ਹੈ, ਮਮ ਆਇਸ ਤੇ ਇਸ ਕੋ ਦੇਵੈ, ਲੋਕ ਪਰਲੋਕ ਆਨੰਦ ਸੋ ਲੇਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਅਸੀਂ ਇਸ ਮੁਰਾਰੀ ਦਾ ਵਿਆਹ ਕਰਨਾ ਚਾਹੁੰਦੇ ਹਾਂ। ਜਿਹੜੇ ਵੀ ਸਿੱਖ ਦੇ ਘਰ ਦੇ ਵਿੱਚ ਜਵਾਨ ਲੜਕੀ ਵਿਆਹਣ ਦੇ ਯੋਗ ਹੈ, ਉਹ ਜਿਹੜੀ ਲੜਕੀ ਹੈ ਉਹ ਇੱਥੇ ਆਂਦੀ ਜਾਵੇ, ਅਸੀਂ ਉਹਦੇ ਨਾਲ ਇਸ ਦਾ ਵਿਆਹ ਕਰਵਾਂਗੇ। ਲੋਕ ਪਰਲੋਕ ਆਨੰਦ ਸੋ ਲੇਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਵੀ ਆਪਣੀ ਲੜਕੀ ਨੂੰ ਅਰਪਣ ਕਰੇਗਾ ਉਹ ਲੋਕ ਦੇ ਪਰਲੋਕ ਦੇ ਆਨੰਦ ਨੂੰ ਭੋਗੇਗਾ। ਸ਼ੀਹਾਂ ਉਪਲ ਸਿੱਖ ਕੁਲੀਨ, ਤਿਨ ਕਰ ਜੋਰੇ ਬਿਨਤੀ ਕੀਨ। ਕਵੀ ਜੀ ਲਿਖਦੇ ਨੇ ਕਿ ਸੰਗਤ ਦੇ ਵਿੱਚ ਇੱਕ ਸ਼ੀਹਾਂ ਉੱਪਲ ਬੈਠਾ ਹੋਇਆ ਸੀ, ਉੱਚੀ ਕੁਲ ਵਾਲਾ। ਤਿਨ ਕਰ ਜੋਰੇ ਬਿਨਤੀ ਕੀਨ। ਉਸ ਸ਼ੀਹੇ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪਿੱਛੇ ਵੀ ਸ਼ੀਹੇ ਉੱਪਲ ਦੀ ਸਾਖੀ ਆਈ ਸੀ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸਿੱਖ ਬਣਿਆ ਸੀ। ਬਰ ਪ੍ਰਾਪਤ ਕੰਨਿਆ ਘਰ ਮੇਰੇ, हे ਪ੍ਰਭ ਫਿਰੈ ਇਸੀ ਸੰਗ ਫੇਰੇ। ਸ਼ੀਹੇ ਨੇ ਅਰਜ਼ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਘਰ ਕੰਨਿਆ ਹੈ ਜਵਾਨ, ਵਿਆਹਣ ਦੇ ਲਾਇਕ। ਸੱਚੇ ਪਾਤਸ਼ਾਹ ਮੈਂ ਆਪਣੀ ਲੜਕੀ ਨੂੰ ਹੁਣੇ ਲੈ ਆਉਣਾ ਹਾਂ। ਸੱਚੇ ਪਾਤਸ਼ਾਹ ਤੁਹਾਡੀ ਆਗਿਆ ਦੇ ਅਨੁਸਾਰ ਉਹ ਇਹਦੇ ਨਾਲ ਵਿਆਹ ਕਰਵਾਏ। ਇਮ ਕਹਿ ਨਿਜ ਇਸਤਰੀ ਟਿਗ ਆਇਓ, ਕਰੂਰਾ ਕਲਹਨ ਨਿਠੁਰ ਸੁਭਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਸ਼ੀਹੇ ਨੂੰ ਕਿ ਠੀਕ ਹੈ, ਤੂੰ ਆਪਣੀ ਲੜਕੀ ਨੂੰ ਲੈ ਆ, ਅਸੀਂ ਹੁਣੇ ਇਹਦਾ ਵਿਆਹ ਕਰ ਦਿੰਦੇ ਹਾਂ। ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਜਦੋਂ ਆਪਣੇ ਘਰ ਪਹੁੰਚਿਆ ਸ਼ੀਹਾਂ, ਤੇ ਕਵੀ ਜੀ ਲਿਖਦੇ ਨੇ ਕਰੂਰਾ ਕਲਹਨ ਨਿਠਰ ਸੁਭਾਇਓ। ਸ਼ੀਹਾਂ ਤੇ ਭਾਵੇਂ ਬੜਾ ਵਧੀਆ ਸਿੱਖ ਸੀ, ਪਰ ਉਹਦੀ ਜਿਹੜੀ ਘਰ ਵਾਲੀ ਸੀ, ਕਹਿੰਦੇ ਨੇ ਕਿ ਬੜੀ ਖੋਟੀ, ਬੜੀ ਲੜਾਕੀ ਤੇ ਬੜੇ ਕਠੋਰ ਸੁਭਾਅ ਵਾਲੀ ਸੀ। तेह के साथ न गाथ जनाई, अपर बात कह दई टलाई। ਸ਼ੀਹੇ ਨੇ ਘਰ ਆਣ ਕੇ ਆਪਣੀ ਘਰਵਾਲੀ ਨੂੰ ਕੋਈ ਵੀ ਗੱਲ ਨਹੀਂ ਦੱਸੀ ਕਿ ਸਤਿਗੁਰਾਂ ਨੇ ਕੀ ਹੁਕਮ ਕੀਤਾ, ਕਿਉਂਕਿ ਸ਼ੀਹੇ ਨੂੰ ਪਤਾ ਸੀ ਕਿ ਇਹ ਨਹੀਂ ਮੰਨੇਗੀ। ਸਗੋਂ ਉਸਨੇ ਝੂਠ ਹੀ ਇਹ ਗੱਲ ਕਹਿ ਦਿੱਤੀ ਉਹਨੂੰ ਟਾਲਣ ਦੇ ਵਾਸਤੇ। ਕਹਿੰਦਾ ਤੁਝ ਪਰ ਸਤਿਗੁਰ ਬਾਕ ਉਚਾਰੇ, ਲੰਗਰ ਟਹਿਲ ਕਰੋ ਦਿਨ ਸਾਰੇ। ਕਹਿੰਦਾ ਕਿ ਹੁਣੇ ਸਤਿਗੁਰਾਂ ਦੇ ਕੋਲੋਂ ਆਇਆ। ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਰੇ ਵਾਸਤੇ ਮੈਨੂੰ ਹੁਕਮ ਕੀਤਾ ਕਿ ਜਾ ਕੇ ਆਪਣੀ ਸਿੱਖਣੀ ਨੂੰ ਕਹਿ ਦੇ ਕਿ ਸਾਰਾ ਦਿਨ ਅੱਜ ਲੰਗਰ ਦੇ ਵਿੱਚ ਹੀ ਉਹਨੇ ਸੇਵਾ ਕਰਨੀ। ਪਤ ਤੇ ਸੁਣ ਗਮਨੀ ਜਿਸ ਕਾਲਾ, ਸੰਗ ਸੁਤਾਲੇ ਗੁਰ ਢਿਗ ਚਾਲਾ। ਆਪਣੀ ਘਰਵਾਲੀ ਨੂੰ ਲੰਗਰ ਦੇ ਵਿੱਚ ਭੇਜ ਦਿੱਤਾ ਤੇ ਜਦੋਂ ਹੀ ਉਹ ਘਰੋਂ ਬਾਹਰ ਨਿਕਲੀ, ਉਸੇ ਵੇਲੇ ਆਪਣੀ ਲੜਕੀ ਨੂੰ ਨਾਲ ਲੈ ਕੇ ਉਹ ਸਤਿਗੁਰਾਂ ਵਾਲੇ ਪਾਸੇ ਚਲਾ ਗਿਆ। ਤਤ ਛਿਨ ਸਾਥ ਮੁਰਾਰੀ ਤਹਾਂ, ਫੇਰੇ ਦੀਏ ਭਾਉ ਕਰ ਮਹਾਂ। ਲੜਕੀ ਨੂੰ ਲੈ ਕੇ ਪਹੁੰਚ ਗਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੁਰਾਰੀ ਦਾ ਔਰ ਉਸ ਛੀਹੇ ਦੀ ਲੜਕੀ ਦਾ ਵਿਆਹ ਕਰ ਦਿੱਤਾ। ਭੋਗਤ ਮੁਕਤ ਤੂਰਨ ਤਿਸ ਦੀਨਾ, ਅਸ ਗੁਰ ਭਜੇ ਨ ਸੇ ਮਤ ਹੀਨਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭੁਗਤੀ ਤੇ ਮੁਕਤੀ ਦੋਵਾਂ ਜੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਦਾਨ ਕੀਤੀ। ਅਸ ਗੁਰ ਭਜੇ ਨ ਸੇ ਮਤ ਹੀਨਾ। ਕਵੀ ਜੀ ਕਹਿੰਦੇ ਨੇ, ਮੈਂ ਕਹਾਂਗਾ ਕਿ ਜਿਹੜੇ ਐਸੇ ਸਤਿਗੁਰੂ ਨੂੰ ਨਹੀਂ ਯਾਦ ਕਰਦੇ, ਨਹੀਂ ਭਜਦੇ, ਉਹ ਮਾੜੀ ਮਤ ਵਾਲੇ। ਜੀਵਨਾਰ ਕੀ ਸੁਰਗ ਪਹੁੰਚਾਵਾ, ਅਦਭੁਤ ਐਸੋ ਰੂਪ ਬਣਾਵਾ। ਨਰਕ ਦੇ ਲਾਇਕ ਜੀਵ ਸੀ, ਪਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨੂੰ ਸਵਰਗ ਦੇ ਵਿੱਚ ਪਹੁੰਚਾ ਦਿੱਤਾ। ਅਦਭੁਤ ਐਸੋ ਰੂਪ ਬਣਾਵਾ। ਜਿਹੜਾ ਪ੍ਰੇਮਾ ਕੋੜੀ ਸੀ, ਉਹਦੇ ਤੇ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ ਕਿ ਬਹੁਤ ਸੋਹਣਾ ਉਹਦਾ ਸਰੀਰ ਬਣਾ ਦਿੱਤਾ। ਪਾਇਓ ਆਰੋਗ ਦੇਹ ਤੇ ਸੁੰਦਰ, ਦਈ ਸੁੰਦਰੀ ਪੁਨ ਸੁਖ ਮੰਦਰ।
ਇੱਕ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਅਰੋਗ ਕਰਕੇ ਉਹਦੀ ਦੇਹ ਨੂੰ ਸੁੰਦਰ ਬਣਾ ਦਿੱਤਾ ਹੈ, ਦੂਸਰੇ ਪਾਸੇ ਸੁੰਦਰ ਕੰਨਿਆ ਦੇ ਨਾਲ ਵਿਆਹ ਕਰਕੇ ਉਹਨੂੰ ਸੁਖ ਪ੍ਰਦਾਨ ਕੀਤੇ। ਦੇਖਤ ਸੁਣਤ ਸਕਲ ਬਿਸਮਾਏ, ਸਤਿਗੁਰ ਮਹਿਮਾ ਲੱਖ ਅਦਕਾਏ। ਕਵੀ ਜੀ ਕਹਿੰਦੇ ਨੇ ਕਿ ਦੇਖ ਕੇ ਸੁਣ ਕੇ ਇਸ ਸਾਰੀ ਵਿਥਿਆ ਨੂੰ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਲਖਿਆ। ਚਹਿ ਸੋ ਕਰੈ ਕਲਾ ਸਭ ਪੂਰਨ, ਦਾਸ ਉਧਾਰਨ ਦੁਸ਼ਟਨ ਚੂਰਨ। ਸਾਰੇ ਸਿੱਖ ਕਹਿੰਦੇ ਨੇ ਕਿ ਜੋ ਵੀ ਚਾਹਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਸਕਦੇ ਨੇ। ਇਹ ਸਾਰੀਆਂ ਹੀ ਕਲਾ ਦੇ ਵਿੱਚ ਪੂਰਨ ਨੇ, ਦਾਸਾਂ ਨੂੰ ਉਧਾਰਨ ਵਾਲੇ ਨੇ, ਉਹਨਾਂ ਦਾ ਪਾਰ ਉਤਾਰਾ ਕਰਨ ਵਾਲੇ ਨੇ। ਇਸ ਤੋਂ ਇਲਾਵਾ ਦੁਸ਼ਟਨ ਚੂਰਨ, ਦੁਸ਼ਟਾਂ ਦਾ ਚੂਰਨ ਬਣਾ ਦੇਣ ਵਾਲੇ ਹਨ। ਏਕ ਕਟੀ ਮੇ ਸਭ ਕੁਛ ਪਾਇਓ, ਤਨ ਅਰੋਗ ਪੁਨ ਵਿਆਹ ਸੁਹਾਇਓ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਇੱਕ ਘੜੀ ਦੇ ਵਿੱਚ ਇਸ ਮਨੁੱਖ ਦਾ ਕਾਇਆ ਕਲਪ ਹੋ ਗਿਆ, ਮਾਨੋ ਕਿ ਇੱਕ ਪਾਸੇ ਅਰੋਗ ਹੋ ਗਿਆ ਤੇ ਦੂਸਰੇ ਪਾਸੇ ਇਹਦਾ ਵਿਆਹ ਵੀ ਹੋ ਗਿਆ। ਸ਼ੀਹੇ ਤ੍ਰਿਆ ਲੰਗਰ ਮੈਂ ਸੁਣਿਓ, ਮਹਾ ਦੁਖਤ ਚਿਤ ਮੈਂ ਸਿਰ ਧੁਨਿਓ। ਵਿਆਹ ਹੋਣ ਤੋਂ ਬਾਅਦ ਲੰਗਰ ਦੇ ਵਿੱਚ ਜਾ ਕੇ ਸ਼ੀਹੇ ਦੀ ਘਰਵਾਲੀ ਨੂੰ ਕਿਸੇ ਨੇ ਖਬਰ ਦਿੱਤੀ ਕਿ ਤੇਰੀ ਲੜਕੀ ਦਾ ਉਸ ਕੋੜੀ ਦੇ ਨਾਲ, ਜਿਹਨੂੰ ਸਤਿਗੁਰਾਂ ਨੇ ਠੀਕ ਕੀਤਾ ਹੈ, ਵਿਆਹ ਕਰ ਦਿੱਤਾ ਹੈ। ਕਵੀ ਜੀ ਕਹਿੰਦੇ ਨੇ ਕਿ ਮਹਾ ਦੁਖਤ ਚਿਤ ਮੈਂ ਸੁਰ ਧੁਨਿਓ, ਸੁਣ ਕੇ ਬਹੁਤ ਜ਼ਿਆਦਾ ਦੁਖੀ ਹੋਈ। ਆਈ ਰੁਦਤ ਸਤਿਗੁਰੂ ਧੀਰ, ਇਹ ਕਿਆ ਕੀਨਸ ਹੈ ਪ੍ਰਭੂ ਧੀਰ। ਰੋਂਦੀ ਹੋਈ ਦੌੜਦੀ ਹੋਈ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ। ਆਣ ਕੇ ਸਤਿਗੁਰਾਂ ਨੂੰ ਅਰਜ਼ ਕੀਤੀ, ਕਹਿੰਦੀ ਇਹ ਕਿਆ ਕੀਨਸ, हे ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤੁਸੀਂ ਕੀ ਕੀਤਾ। ਕੁਸ਼ਟੀ ਮਾਤ ਪਿਤਾ ਕੁਲਹੀਨ, ਸੁਤਾ ਨਿਨਾਵੇ ਕੋ ਮੁਰ ਦੀਨ। ਕਹਿੰਦੀ ਹੈ ਸੱਚੇ ਪਾਤਸ਼ਾਹ ਕੋੜੀ ਨੂੰ, ਮਾਤਾ ਤੇ ਪਿਤਾ ਤੋਂ ਹੀਣੇ ਨੂੰ, ਕਿਸੇ ਕੁਲ ਦਾ ਇਹਦੀ ਦਾ ਕੋਈ ਪਤਾ ਨਹੀਂ ਹੈ, ਔਰ ਇਹ ਜਿਹੜਾ ਨਿਨਾਵਾ ਹੈ ਭਾਵ ਕਿ ਜਿਹਦਾ ਕੋਈ ਥਾਂ ਹੀ ਨਹੀਂ ਹੈ, ਉਹਨੂੰ ਤੁਸੀਂ ਮੇਰੀ ਲੜਕੀ ਵਿਆਹ ਦਿੱਤੀ। ਸੁਣ ਸ੍ਰੀ ਅਮਰਦਾਸ ਤਬ ਹਸੇ, ਕਹਿਓ ਤਾਹਿ ਕਰੁਣਾ ਰੰਗ ਰਸੇ। ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਹੱਸੇ, ਮੁਸਕਰਾਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਕਰੁਣਾ ਦੇ ਰਸ ਦੇ ਵਿੱਚ ਰਸੇ ਹੋਏ ਸਨ, ਭਾਵ ਕਿ ਉਹਨਾਂ ਨੇ ਫਿਰ ਕਿਰਪਾ ਕਰਕੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਜਾਨੋ ਮਮ ਸੁਤ ਇਹ ਜੋ ਮੁਰਾਰੀ, ਵਿਆਹ ਹੋਇਓ ਤਨਜਾ ਸੰਗ ਤੁਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਕੋਈ ਨਿਥਾਵਾਂ ਨਹੀਂ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਨੋ ਮਮ ਸੁਤ, ਇਹ ਮੇਰਾ ਤੂੰ ਪੁੱਤਰ ਸਮਝ, ਇਹ ਮੇਰਾ ਪੁੱਤਰ ਹੈ, ਤੇਰੀ ਲੜਕੀ ਦੇ ਨਾਲ ਮੈਂ ਆਪਣੇ ਪੁੱਤਰ ਦਾ ਵਿਆਹ ਕੀਤਾ। ਤਵ ਤਨ ਜਾ ਕੋ ਨਾਮ ਮਥੋ ਹੈ, ਨਾਮ ਮੁਰਾਰੀ ਯਾਹੇ ਕਥੋ ਹੈ। ਗੁਰੂ ਜੀ ਕਹਿੰਦੇ ਨੇ ਕਿ ਤੇਰੀ ਲੜਕੀ ਦਾ ਨਾਂ ਹੈ ਮਥੋ, ਔਰ ਇਸ ਦਾ ਨਾਂ ਅਸੀਂ ਮੁਰਾਰੀ ਰੱਖਿਆ। ਮਥੋ ਮੁਰਾਰੀ ਸਿਮਰੇ ਨਾਮ, ਪੂਰਨ ਹੋਹਿ ਨਰਨ ਕੇ ਕਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਮਥੋ ਤੇ ਮੁਰਾਰੀ ਇਹ ਦੋਵੇਂ ਜੀ ਨੇ, ਮਥੋ ਤੇ ਮੁਰਾਰੀ ਦੇ ਸਾਂਝੇ ਨਾਮ ਨੂੰ ਜਿਹੜਾ ਵੀ ਯਾਦ ਕਰੇਗਾ ਉਹਦੇ ਕਹਿੰਦੇ ਨੇ ਕਿ ਕੰਮ ਪੂਰੇ ਹੋਣਗੇ, ਵਰਦਾਨ ਦਿੱਤਾ। ਮਥੋ ਨਾਮ ਆਗੇ ਕਹੇ ਆਛੇ, ਨਾਮ ਮੁਰਾਰੀ ਭਾਖੈ ਪਾਛੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੀਹੇ ਦੀ ਘਰਵਾਲੀ ਨੂੰ ਕਹਿੰਦੇ ਨੇ ਕਿ ਤੇਰੀ ਲੜਕੀ ਮਥੋ ਦਾ ਨਾਂ ਪਹਿਲਾਂ ਆਏਗਾ ਔਰ ਮੁਰਾਰੀ ਦਾ ਨਾਂ ਪਿੱਛੇ ਆਵੇਗਾ। ਨਰ ਪੂਜੇਗੇ ਮਥੋ ਮੁਰਾਰੀ, ਚਿਤ ਚਿੰਤਾ ਦੇਹੁ ਸ਼ੋਕ ਬਿਸਾਰੀ। ਕਹਿੰਦੇ ਨੇ ਤੇਰੀ ਲੜਕੀ ਦੀ ਪੂਜਾ ਹੋਏਗੀ, ਇੰਨੀ ਵੱਡੀ ਮਹਾਨਤਾ ਇਹਦੀ ਹੋਵੇਗੀ, ਇਸ ਕਰਕੇ ਤੂੰ ਚਿੰਤਾ ਨੂੰ ਤੇ ਦੁੱਖ ਨੂੰ ਛੱਡ ਦੇ। ਇਹ ਦੋਨੋਂ ਹੋਏ ਬੜ ਭਾਗੇ, ਪ੍ਰੇਮੀ ਪ੍ਰੇਮ ਭਗਤ ਮੈਂ ਪਾਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਮਥੋ ਤੇ ਮੁਰਾਰੀ ਇਹ ਦੋਵੇਂ ਦੇ ਦੋਵੇਂ ਵੱਡੇ ਭਾਗਾਂ ਵਾਲੇ ਨੇ, ਮੇਰੀ ਪ੍ਰੇਮ ਭਗਤ ਮੈਂ ਪਾਗੇ, ਮੇਰੀ ਪ੍ਰੇਮ ਰੂਪੀ ਭਗਤੀ ਦੇ ਵਿੱਚ ਇਹ ਰੰਗੇ ਹੋਏ।
तूषण होए पुनः कर गई, दंपत को गुर आज्ञा दई। ग्रंथाकार भाई संतोख सिंह जी लिखते ने कि फिर चुप करके सिंहे दी घरवाली अपने घर में चली गई। दूसरे पासे सतगुरु अमरदास सच्चे पातशाह जी ने दोवां जियां नूं जाण दी आग्ञा दी। मथो मोरारी अब तुम जावो, वाहे गुरु उपदेश दृढ़ वावो। सतगुरु सच्चे पातशाह जी ने आख्या, हे मथो ते हे मुरारी, हुण तुसीं चले जाओ, वाहे गुरु उपदेश दृढ़ावो। और सतगुरु सच्चे पातशाह जी ने वचन किया कि वाहे गुरु दे नाम दा उपदेश दृढ़ करवाना है लोकां दे विच। गुर सिखी जग आदक बिरधावो, निज ग्रह बसो सदा सुख पावो। सतगुरां ने वचन किया, सिखी जग में आदक बिरधावो, कि सिखी दे मार्ग नूं दुनिया दे उत्ते बहुत ज्यादा वधाओ, अपने घर जाके वसो, तानू सदा सुखां दी प्राप्ति होएगी। तेरो बाक फुरै जिम कहें, बर कै श्राप देह जिस चह। सतगुरु सच्चे पातशाह जी ने मुरारी नूं वचन किया कि तेरा वाक सफल होएगा, जिवें भी कह देवेगा। जे किसी नूं वरदान दे देगा वो भी सफल होएगा, जे किसी नूं श्राप देवेगा वो भी सफल होएगा। तेरी भगत परी अब पूरी, प्राप्त भई महागत रूरी। सतगुरु सच्चे पातशाह जी ने आख्या कि तेरी कीती हुई जिहड़ी भगती है वो मानो कि पूरी हो गई है, साडे दर दे उत्ते प्रवान हो गई है। प्राप्त भई महागत रूरी, हुण कहंदे ने कि तैनूं सुंदर जिहड़ी गति है ना ओदी प्राप्ति हुई। तुझ सो मिले सुभाव जल तर, तो कह बो इस ते क्या पर। गुरु जी ने आख्या कि जेड़ा भी मनुख तेनू मिलेगा ओदा दुनिया दे उत्तों निस्तारा हो जाएगा, वो इस संसार सागर तो तर जाएगा। तो अब इसते क्या पर है? गुरु जी कहते ने तां हुण इस तो परे होर असीं की आखीए। भोगत मुकत नव तन तिस दै के, विदा करियो गमणियो सुख पैके। ग्रंथाकार भाई संतोख सिंह जी लिखते ने दुनिया दे सुख भोग भी दिते और मुक्ति भी दिती, नव तन तिस दै के। इस तो इलावा नवा शरीर सतगुरु सच्चे पातशाह जी ने उन्होंने बख्शिया। विदा करियो गमणियो सुख पैके, फिर उसनू विदा किया और सुखा नू पाके वो दोवें चले गए, मथो ते मुरारी। गृह निज बस गुर सुजास करंता, मिलियो ज तिस सुख सोप पवंता। घर जाके सतगुरु सच्चे पातशाह जी दा जस करदा रहा, मिलियो जे तिस सुख सोप पवंता, वो भी सुखी हो गया जेड़ा उसनू जाके मिले। करे गुरु एव दीनन काम, या ते दीन दयाल कह नाम। कवि संतोख सिंह जी लिखते ने कि इस तरीके दे नाल सतगुरु सच्चे पातशाह जी ने दीना दे कम्मां नूं सवारिया, इसे करके सतगुरां नूं दीन दयाल आख्या जांदा। इम मत मान दया नेक उधारे, जग में प्रगट्यो जय जयकारे। इस तरीके दे नाल सतगुरु सच्चे पातशाह जी ने बहुतियां सारियां ते कृपा कीती, बहुतियां नूं इस संसार सागर तो तारिया। सतगुरु सच्चे पातशाह जी दी जय जयकार दुनिया दे उत्ते फैली। तारे प्रेम जो सुनै सुनावे, चार पदार्थ गुर ते पावे। अखीरली सतर दे विच कवि जी लिखते ने कि जेड़ा प्रेम नूं धारण करके इस कथा नूं सुनेगा, इस तो इलावा जेड़ा सुनावेगा उन्होंने कहते ने चार पदार्थ गुर ते पावे। चार पदार्थ उसनूं मिलणगे, धर्म अर्थ काम ते मोख। गुरबाणी दे विच पाठ आउंदा धर्म अर्थ ते काम मोख देते नहीं बार। गुरु नूं चार पदार्थ देन लग्या कोई देर नहीं लगती। इस जगह दे उत्ते ग्रंथाकार जी इस साखी की समाप्ति करते हैं।
इस जगह के उत्ते कवि जी ने अपने अध्याय भी समाप्त किया है। दूसरे पासे समा भी समाप्त हो चुका है। सो ग्रंथाकार जी जिस तरीके दे नाल अगले इतिहास नूं अगले अध्याय दे विच बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उसे तरह वरतेगी। जिन्नियां ही अर्जां करदा होया मैं इत्थे ही कथा नूं विश्राम दे के सारी साध संगत तो खिमा दा याचना। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी होवनहार, हे संता कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हियै परोय, याही कुल ते प्रगट होय ताही कुल को नाम, पुन द्वादश गोरिंद कौ मेरी है प्रणाम।